प्यारे बच्चों, आओ हुण असीं सुणीए डॉक्टर अमनदीप सिंह जी के विचार। डॉक्टर अमनदीप सिंह जी एक उगी शख्सियत के मालक, एक डॉक्टर ते नाल दी नाल एक उगे कवि ने जो कि तुहाडे नाल विचारां दी सांझ पाउणगे। डॉक्टर अमनदीप सिंह जी। प्यारे बच्चों, जिथे ज्ञान अंजन पब्लिक स्कूल ने बड़ा वधिया उपराला किया भैन जी जसविंदर कौर और वीरेंद्रपाल सिंह जी जिहड़े लगातार आप जी नूं जिथे ऑनलाइन स्टडी करवा रहे हैं, उत्थे नाल ही जो ये समर कैंप का जो उपराला किया गया, सब तो पहला तो मैं इन्हों बधाई दिना जिन्हों ने बच्चों नूं घर बैठे ही ये उपराला किया कि वो घर बैठिया ही होर जो सिक्ख्या वो प्राप्त कर सकन। क्योंकि समर कैंप जो होंगे हैं, इन्हों का जो मेन उपराला होंदा है कि बच्चे घर बैठ के भी जो नवीं जो चीज़ां ने सीख सकन। मन में एक एम बना लेंदे हो कि मैं बड़ा हो के हुण मैं 10वीं की पढ़ाई कर रही है, अगों मैं की करना कि मैं डॉक्टर बनना है, कि मैं इंजीनियर बनना है। और जिहड़ा तुहाडा एम हुंदा है उही एम तुहानूं जिंदगी विच अगे ले जाण वास्ते बड़ा लाहेवंद हुंदा है। और जदों भी असीं इस एम नूं लैके जो अपनी स्टडी है वो शुरू करते हैं, फिर वो स्टडी करदियां असीं ਉਹਦੇ ਵਿੱਚ ਹੋਰ ਕੰਸੈਂਟਰੇਸ਼ਨ ਲਗਾਉਂਦੇ ਆ, ਕਿਉਂਕਿ ਸਾਡਾ ਇੱਕ ਏਮ ਅਸੀਂ ਮਿੱਥਿਆ ਹੁੰਦਾ ਹੈ। ਉਸ ਏਮ ਤੇ ਪਹੁੰਚਣ ਵਾਸਤੇ ਸਾਨੂੰ ਥੋੜੀ ਜੀ ਹੋਰ ਮਿਹਨਤ ਦੀ ਲੋੜ ਹੁੰਦੀ ਹੈ। ਔਰ ਉਹ ਜਿਹੜੀ ਮਿਹਨਤ ਹੈ ਉਹ ਅਸੀਂ ਤਾਂ ਹੀ ਕਰ ਸਕਾਂਗੇ ਜੇਕਰ ਸਾਨੂੰ ਆਪਣਾ ਜੋ ਏਮ ਹੈ ਉਹ ਸਪਸ਼ਟ ਹੋਵੇਗਾ। ਠੀਕ ਹੈ ਜੀ। ਔਰ ਏਮ ਜਿੰਨਾ ਚਿਰ ਸਪਸ਼ਟ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕੋਈ ਵੀ ਆਪਣਾ ਜੋ ਕੰਮ ਹੈ ਉਹ नहीं कर सकते। जिस तरह भी कोई असी जे कोई अपना एम बना लेंदा है कि मैं डॉक्टर बनना है, तो डॉक्टर बनने वास्ते घट्टो घट उसनूं फिर उस तरह की पढ़ाई करनी पवेगी कि मैं +2 तो बाद नीट क्लीयर करके और नीट क्लीयर करन तो बाद जो है मैं मैडिकल विच दाखला लैना, MBBS विच लैना, BAMS विच लैना, BHMS विच लैना, जां होर कई फील्डां ਜਿਹੜੇ ਡਾਕਟਰੀ ਲਾਈਨ ਦੇ ਉਸ ਵਿੱਚ ਮੈਂ ਅੱਗੇ ਵਧਣਾ। ਔਰ ਨਾਲ ਦੀ ਨਾਲ ਹੀ ਜਿੱਥੇ ਅਸੀਂ ਇਸ ਏਮ ਨੂੰ ਲੈ ਕੇ ਕਰਨਾ ਹੈ, ਉੱਥੇ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਸਬਜੈਕਟ ਇਸ ਤਰ੍ਹਾਂ ਦੇ ਹੁੰਦੇ ਹਨ, ਸਬਜੈਕਟ ਵਿੱਚ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਢਿੱਲਾ ਮਹਿਸੂਸ ਕਰਦੇ ਹਾਂ ਕਿ ਇਸ ਸਬਜੈਕਟ ਜਿਹੜਾ ਮੇਰਾ ਉਹ ਇਹਦੇ ਵਿੱਚ ਮੇਰੇ ਨੰਬਰ ਘੱਟ ਆਉਂਦੇ ਹਨ, ਜਾਂ ਮੈਨੂੰ ਇਹ ਸਬਜੈਕਟ ਥੋੜਾ ਜਿਹਾ ਪੜ੍ਹਨ ਵਿੱਚ ਮੁਸ਼ਕਲ ਆਉਂਦੀ ਹੈ। ਹੁਣ ਉੱਥੇ ਕੀ ਹੁੰਦਾ ਹੈ, ਜਦੋਂ ਵੀ ਤੁਸੀਂ ਪੜ੍ਹਨ ਬੈਠਦੇ ਹੋ ਤਾਂ ਘੱਟੋ ਘੱਟ ਤੁਸੀਂ ਇੱਕ ਜੋ ਸੂਚੀ ਹੈ ਉਹ ਤੁਹਾਡੇ ਕੋਲ ਤਿਆਰ ਹੋਣੀ ਚਾਹੀਦੀ ਹੈ ਕਿ ਮੇਰੇ ਇੰਨੇ ਸਬਜੈਕਟ ਹਨ, ਮੈਂ ਇਸ ਸਬਜੈਕਟ ਨੂੰ ਇੰਨਾ ਟਾਈਮ ਦੇਣਾ ਹੈ। ਜਿਹੜਾ ਸਬਜੈਕਟ ਤੁਹਾਡਾ ਥੋੜਾ ਜਿਹਾ ਵੀਕ ਹੈ ਨਾ, ਜੇ ਬਾਕੀ ਸਬਜੈਕਟ ਨੂੰ ਤੁਸੀਂ 20 ਮਿੰਟ ਲਗਾ ਰਹੇ ਹੋ, ਜਿਹੜਾ ਸਬਜੈਕਟ ਤੁਹਾਡਾ ਵੀਕ ਹੈ ਉਸਨੂੰ 30 ਮਿੰਟ ਲਗਾ ਲਓ, ਤਾਂ ਕਿ ਜਿਹੜੀ ਉਹਦੀ ਤੁਹਾਨੂੰ ਲੱਗਦਾ ਕਿ ਉਹ ਮੈਨੂੰ ਮੇਰਾ ਵੀਕ ਸਬਜੈਕਟ ਹੈ ਉਸਨੂੰ ਵੱਧ ਟਾਈਮ ਦੇ ਕੇ ਤੁਸੀਂ ਉਸ ਜੋ ਸਬਜੈਕਟ ਨੂੰ ਹੈ ਉਹ ਜ਼ਿਆਦਾ ਪੜ੍ਹ ਕੇ ਤਾਂ ਤੁਹਾਨੂੰ ਸਮਝ ਛੇਤੀ ਆਉਣੀ ਸ਼ੁਰੂ ਹੋ ਜਾਏਗੀ ਨਾ। ਸੋ ਕਦੀ ਵੀ ਕਿਸੇ ਸਬਜੈਕਟ ਨੂੰ ਹਊਆ ਨਾ ਬਣਾਓ ਕਿ ਮੈਨੂੰ ਇਹ ਸਬਜੈਕਟ ਜਿਹੜਾ ਉਹ ਸਮਝ ਨਹੀਂ ਆ ਰਿਹਾ। ਸਮਝ ਨਾ ਆਉਣ ਦਾ ਸਿਰਫ ਕਾਰਨ ਇੰਨਾ ਹੀ ਹੁੰਦਾ ਹੈ ਕਿ ਅਸੀਂ ਉਹਦੇ ਉੱਤੇ ਕੰਸੈਂਟਰੇਸ਼ਨ ਨਹੀਂ ਲਗਾ ਪਾਉਂਦੇ। ਜਦੋਂ ਅਸੀਂ ਕੰਸੈਂਟਰੇਸ਼ਨ ਨਾਲ ਪੜ੍ਹੀਏ ਤਾਂ ਉਹੀ ਸਬਜੈਕਟ ਸਾਨੂੰ ਫਿਰ ਲਗਾਤਾਰ ਪੜ੍ਹਦਿਆਂ ਸੁਖਾਲਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸੋ ਕਦੀ ਵੀ ਪੜ੍ਹਾਈ ਕਰਨ ਲੱਗਿਆਂ ਜਿਹੜਾ ਧਿਆਨ ਆ ਤੁਹਾਡਾ ਡਾਇਵਰਸ਼ਨ ਨਹੀਂ ਹੋਣੀ ਚਾਹੀਦੀ। ਤੁਹਾਡਾ ਆਲੇ ਦੁਆਲੇ ਦਾ ਜੋ ਵਾਤਾਵਰਨ ਹੈ ਉਹ ਇੰਨਾ ਵਧੀਆ ਹੋਣਾ ਚਾਹੀਦਾ ਕਿ ਤਾਂ ਕਿ ਪੜ੍ਹਦੇ ਟਾਈਮ ਤੁਹਾਡਾ ਧਿਆਨ ਕਿਤੇ ਭਟਕੇ ਨਾ। ਔਰ ਅੱਜ ਕੱਲ੍ਹ ਕੀ ਵੇਖਣ ਨੂੰ ਮਿਲਦਾ, ਜਿਵੇਂ ਤੁਸੀਂ ਘਰ ਬੈਠੇ ਆਨਲਾਈਨ ਸਟੱਡੀ ਕਰਦੇ ਹੋ, ਥੋੜਾ ਸਮਾਂ ਤੇ ਤੁਸੀਂ ਆਨਲਾਈਨ ਸਟੱਡੀ ਵਿੱਚ ਲਗਾਉਂਦੇ ਹੋ, ਪਰ ਬਾਕੀ ਸਮਾਂ ਜਿਹੜਾ ਹੁੰਦਾ ਵੀ ਮੋਬਾਈਲ ਤੇ ਤੁਸੀਂ ਜਾਂ ਤਾਂ ਗੇਮ ਖੇਡਣ ਵਿੱਚ ਲਗਾ ਦਿੰਦੇ ਹੋ ਜਾਂ ਆਪਣੇ ਨਾਲ ਦੇ ਸਹਿਪਾਠੀਆਂ ਨਾਲ ਗੱਲਾਂ ਬਾਤਾਂ ਕਰਨ ਵਿੱਚ ਲਗਾ ਦਿੰਦੇ ਹੋ। ਸੋ
ਟਾਈਮ ਜਿਹੜਾ ਤੁਹਾਡੀ ਕਲਾਸ ਦਾ ਉਹ ਤੇ ਖਤਮ ਹੋ ਚੁੱਕਾ ਹੈ, ਮੰਨ ਲਓ 12 ਵਜੇ, ਪਰ ਜਿਹੜਾ ਮੋਬਾਈਲ ਹੈ ਉਹ ਤੁਹਾਡੇ ਹੱਥ ਸਾਰਾ ਦਿਨ ਹੀ ਰਹਿੰਦਾ। ਉਹਦਾ ਕਾਰਨ ਇਹੀ ਹੈ ਕਿ ਤੁਸੀਂ ਬਾਕੀ ਦਾ ਸਮਾਂ ਜਿਹੜਾ ਉਹ ਪੜ੍ਹਨ ਵੱਲ ਨਹੀਂ ਧਿਆਨ ਦਿੰਦੇ। ਬਾਕੀ ਦਾ ਸਮਾਂ ਜਿਹੜਾ ਤੁਸੀਂ ਉਹ, ਕਿਉਂਕਿ ਐਕਟੀਵਿਟੀ ਮੋਬਾਈਲ ਵਿੱਚ ਹੀ ਅੱਜ ਕੱਲ੍ਹ ਤੁਸੀਂ ਜ਼ਿਆਦਾ ਕਰਦੇ ਹੋ, ਔਰ ਜਿਹੜਾ ਤੁਸੀਂ ਖੇਡਣ ਦਾ ਵੀ ਸਮਾਂ ਹੈ, ਆਊਟਡੋਰ ਗੇਮ ਜਿਹੜੀ ਤੁਹਾਨੂੰ ਸਕੂਲ ਤੁਹਾਡੇ ਜਦੋਂ ਫਿਜ਼ੀਕਲ ਐਜੂਕੇਸ਼ਨ ਦਾ ਤੁਹਾਡਾ ਪੀਰੀਅਡ ਲੱਗਦਾ ਸੀ ਉਹਦੇ ਵਿੱਚ ਤੁਸੀਂ ਪੜ੍ਹਦੇ ਸੀ, ਔਰ ਫਿਜ਼ੀਕਲ ਐਜੂਕੇਸ਼ਨ ਵਿੱਚ ਤੁਸੀਂ ਬਾਹਰ ਖੇਡਦੇ ਵੀ ਸੀ ਜਾ ਕੇ ਗਰਾਊਂਡ ਦੇ ਵਿੱਚ, ਪਰ ਹੁਣ ਤੁਸੀਂ ਘਰ ਬੈਠੇ ਹੀ ਉੱਥੇ ਬੈਠੇ ਖਾਈ ਜਾ ਰਹੇ ਹੋ, ਜੋ ਹੈ ਤੁਸੀਂ ਪੜ੍ਹਦੇ ਰਹਿੰਦੇ ਹੋ, ਉੱਥੇ ਬੈਠੇ ਤੁਸੀਂ ਗੇਮ ਖੇਡਦੇ ਰਹਿੰਦੇ ਹੋ। ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਜੋ ਸਰੀਰਕ ਵਿਕਾਸ ਹੈ ਉਹ ਰੁਕ ਜਾਂਦਾ। ਜਿੱਥੇ ਸਰੀਰਕ ਵਿਕਾਸ ਰੁਕਦਾ ਹੈ ਉੱਥੇ ਨਾਲ ਦੀ ਨਾਲ ਹੀ ਤੁਹਾਡੇ ਜੋ ਪੇਟ ਦੀਆਂ ਵੀ ਕਈ ਤਰ੍ਹਾਂ ਦੀਆਂ ਖਰਾਬੀਆਂ ਹੋ ਜਾਂਦੀਆਂ, ਕਿਉਂਕਿ ਰੋਟੀ ਪਚਣੀ ਜਿਹੜੀ ਆ ਉਹ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ। ਜੇ ਤੁਸੀਂ ਬੈਠੇ ਇੱਕ ਜਗ੍ਹਾ ਹੀ ਰਹੋਗੇ ਔਰ ਉੱਥੇ ਬੈਠਿਆਂ ਹੀ ਤੁਸੀਂ ਜੋ ਹੈ ਉੱਥੇ ਹੀ ਬੈਠੇ ਖਾਈ ਗਏ, ਉੱਥੇ ਹੀ ਬੈਠੇ ਤੁਸੀਂ ਪੜ੍ਹ ਲਿਆ, ਕਲਾਸ ਲਗਾ ਲਈ, ਉੱਥੇ ਹੀ ਬੈਠਿਆਂ ਤੁਸੀਂ ਮੁੜ ਕੇ ਮਤਲਬ ਬੈਠੇ ਹੀ ਰਹਿਣਾ ਸਾਰਾ ਦਿਨ, ਤੇ ਫਿਰ ਜਦੋਂ ਤੁਸੀਂ ਸਰੀਰ ਦੀ ਐਕਸਰਸਾਈਜ਼ ਹੀ ਕੋਈ ਨਹੀਂ ਕਰਨੀ ਤਾਂ ਨੈਚੁਰਲੀ ਹੈ ਫਿਰ ਤੁਹਾਡੇ ਮਨ ਵਿੱਚ ਜਿਹੜਾ ਉਹ ਪੇਟ ਦੀਆਂ ਵੀ ਖਰਾਬੀਆਂ ਆਉਣਗੀਆਂ, ਤੇ ਹੋਰ ਵੀ ਕਈ ਤਰ੍ਹਾਂ ਦੇ ਜੋ ਤੁਹਾਡੇ ਸਰੀਰ ਦੇ ਜਿਹੜੇ ਪ੍ਰੋਬਲਮ ਹੈ ਉਹ ਨਾਲ ਹੋਰ ਕ੍ਰੀਏਟ ਹੋ ਸਕਦੀ ਹੈ। ਸੋ ਪੜ੍ਹਨ ਲੱਗਿਆਂ ਕੰਸੈਂਟਰੇਸ਼ਨ ਜ਼ਰੂਰੀ ਹੈ। ਆਲਾ ਦੁਆਲਾ ਤੁਹਾਨੂੰ ਬਿਲਕੁਲ ਸ਼ਾਂਤ ਵਾਤਾਵਰਨ ਹੋਣਾ ਚਾਹੀਦਾ ਹੈ। ਔਰ ਜਿਵੇਂ ਮੈਡਮ ਕਹਿੰਦੇ ਸੀ ਵੀ ਕਲਾਸ ਅੱਧੇ ਜਾਣੇ ਲਗਾਉਂਦੇ, ਅੱਧੇ ਜਾਣੇ ਨਹੀਂ ਲਗਾਉਂਦੇ, ਕਿਉਂਕਿ ਇੱਕ ਹੋ ਜਾਂਦਾ ਕਿ ਚਲੋ ਇੱਥੇ ਕਿਹੜਾ ਹਾਜ਼ਰੀ ਲੱਗਣੀ ਹੈ, ਪਰ ਹਾਜ਼ਰੀ ਬੱਚੋ ਤੁਹਾਡੀ ਆਨਲਾਈਨ ਵੀ ਤਾਂ ਹਾਜ਼ਰੀ ਤੁਹਾਡੀ ਬਕਾਇਦਾ ਲਗਾਈ ਜਾਂਦੀ ਹੈ ਨਾ, ਕਿ ਆਨਲਾਈਨ ਕਿਹੜੇ ਬੱਚੇ ਕਲਾਸ ਵਿੱਚ ਹਾਜ਼ਰ ਸੀ, ਕਿਹੜੇ ਬੱਚੇ ਕਲਾਸ ਵਿੱਚ ਨਹੀਂ ਹਾਜ਼ਰ ਸੀ। ਜਦੋਂ ਥੋੜਾ ਸਮਾਂ ਕਰੋਨਾ ਦਾ ਜਿਹੜਾ ਹੈ ਉਸ ਤੋਂ ਬਾਅਦ ਇਹ ਕਲਾਸਾਂ ਜਦੋਂ ਲੱਗਣੀਆਂ ਨੇ, ਫਿਰ ਤੁਹਾਨੂੰ ਥੋੜਾ ਜਿਹਾ ਔਖਾ ਲੱਗਣਾ ਸਕੂਲ ਵਿੱਚ ਜਾ ਕੇ ਕਿ ਮੈਂ ਹੁਣ, ਕਿਉਂਕਿ ਤੁਸੀਂ ਜਿਹੜਾ ਆਪਣਾ ਸਮਾਂ ਸੀਗਾ ਆਨਲਾਈਨ ਸਟੱਡੀ ਦਾ ਰੁਚੀ ਇਸ ਕਰਕੇ ਘਟਦੀ ਹੈ ਕਿਉਂਕਿ ਜੋ ਅਧਿਆਪਕ ਸਾਹਿਬਾਨ ਨੇ ਇੰਨੀ ਮਿਹਨਤ ਨਾਲ ਤੁਹਾਨੂੰ ਪੜ੍ਹਾਇਆ ਉਹ ਤੁਸੀਂ ਚੰਗੀ ਤਰ੍ਹਾਂ ਨਾ ਸੁਣਿਆ, ਨਾ ਹੀ ਕਾਪੀ ਤੇ ਨੋਟ ਕੀਤਾ, ਨਾ ਹੀ ਉਹਨੂੰ ਜੀਵਨ 'ਚ ਅਮਲ ਕੀਤਾ। ਜਦੋਂ ਜੀਵਨ 'ਚ ਵੀ ਆਪਾਂ ਅਮਲੀ ਰੂਪ ਵਿੱਚ ਨਹੀਂ ਉਹਨੂੰ ਲਿਆਂਦੇ, ਨਾ ਹੀ ਅਸੀਂ ਕਾਪੀ ਤੇ ਨੋਟ ਕੀਤਾ, ਸਿਰਫ ਇੱਕ ਅਣਗਹਿਲੀ ਵਰਤ ਚੁੱਕੀ ਕਰ ਰਹੇ ਹਨ, ਤੁਹਾਨੂੰ ਪੜ੍ਹਾਉਂਦੇ ਹਨ, ਔਰ ਉਹੀ ਸਟੱਡੀ ਜੇ ਮੰਨ ਲਓ ਤੁਹਾਡੇ ਜਦੋਂ ਪੇਪਰ ਹੋਣੇ ਹਨ ਤੁਹਾਡੀ ਉਹੀ ਸਟੱਡੀ ਅੱਗੋਂ ਜਾ ਕੇ ਵੀ ਤੁਹਾਡੇ ਕੰਮ ਆਣੀ ਹੈ। ਆਨਲਾਈਨ ਸਟੱਡੀ ਨੂੰ ਕੇਵਲ ਤੇ ਕੇਵਲ ਜਿਹੜਾ ਨਾ ਇੱਕ ਮਹਿਜ ਇੱਕ ਡਰਾਮਾ ਨਾ ਸਮਝੋ, ਜਾਂ ਮਹਿਜ ਇੱਕ ਖਾਨਾ ਪੂਰਤੀ ਨਾ ਸਮਝੋ ਕਿ ਅਸੀਂ ਤਾਂ ਖਾਨਾ ਪੂਰਤੀ ਬਸ ਕਰਦੇ ਪਏ ਹਾਂ, ਪਰ ਅਧਿਆਪਕ ਸਾਹਿਬਾਨ ਦੇਖੋ ਜਿਹੜੇ ਇੰਨੀ ਮਿਹਨਤ ਨਾਲ ਘਰੋਂ ਬੈਠਿਆ ਹੋਇਆ, ਕਿਉਂਕਿ ਉਹਨਾਂ ਦਾ ਕੰਮ ਡਬਲ ਹੋ ਜਾਂਦਾ। ਕਲਾਸ ਇੱਕ ਹੁੰਦਾ ਵੀ ਸਕੂਲ ਵਿੱਚ ਜਾ ਕੇ ਤੁਹਾਨੂੰ ਪੜ੍ਹਾਉਣਾ, ਫਿਰ ਤੁਹਾਡੀਆਂ ਕਾਪੀਆਂ ਚੈੱਕ ਹੋ ਗਈਆਂ, ਪਰ ਤੁਸੀਂ ਇਹ ਵੇਖੋ ਵੀ ਜਦੋਂ ਬਰੀਕੀ ਨਾਲ ਤੁਹਾਡੇ ਪੇਪਰ ਜਿਹੜੇ ਆਨਲਾਈਨ ਚੈੱਕ ਕਰਨੇ ਪੈਂਦੇ ਹਨ ਜਾਂ ਆਨਲਾਈਨ ਤੁਹਾਨੂੰ ਪੜ੍ਹਾਉਣਾ ਪੈਂਦਾ, ਉਹਨਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ। ਮਿਹਨਤ ਕਰਕੇ ਉਹਨਾਂ ਨੂੰ ਤੁਹਾਡੇ ਵਾਸਤੇ ਲੈਕਚਰ ਤਿਆਰ ਕੀਤਾ, ਫਿਰ ਤੁਹਾਨੂੰ ਆਨਲਾਈਨ ਪੜ੍ਹਾਇਆ, ਫਿਰ ਤੁਹਾਡੇ ਜਿਹੜੇ ਟੈਸਟ ਹੈ ਉਹ ਆਨਲਾਈਨ ਚੈੱਕ ਤੇ ਕਿੰਨੀ ਬਰੀਕੀ ਨਾਲ ਚੈੱਕ ਕਰਨੇ ਪੈਂਦੇ ਨਾ ਉਹਦੇ ਉੱਤੇ, ਮੋਬਾਈਲ ਦੇ ਉੱਤੇ। ਹੁਣ ਤੁਸੀਂ ਇਹ ਟੀਚਰ ਸਾਹਿਬਾਨ ਦਾ ਇਹ ਵੀ ਤਾਂ ਦੇਖੋ ਨਾ ਕਿ ਟੀਚਰ ਸਾਹਿਬਾਨ ਦਾ ਕਿੰਨਾ ਸਮਾਂ ਵੀ ਵੱਧ ਲੱਗਦਾ, ਔਰ ਕਿੰਨਾ ਉਹਨਾਂ ਨੂੰ ਮਿਹਨਤ ਵੱਧ ਕਰਨੀ ਪੈਂਦੀ। ਸੋ ਜੇ ਉਹ ਮਿਹਨਤ ਕਰ ਰਿਹਾ ਤਾਂ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਵੀ ਮਿਹਨਤ ਜ਼ਿਆਦਾ ਕਰੋ। ਪਰ ਜਦੋਂ ਵੀ ਕਦੇ ਮੌਕਾ ਮਿਲੇ, ਥੋੜਾ ਜਿਹਾ ਜਿਵੇਂ ਘਰਾਂ ਵਿੱਚ ਗਾਰਡਨਿੰਗ ਕਰ ਲਈ ਜਾਂ ਕੋਈ ਹੋਰ ਕੰਮ ਕਰ ਲਿਆ, ਹਲਕੀ ਫੁਲਕੀ ਐਕਸਰਸਾਈਜ਼ ਕਰ ਲਈ ਸਵੇਰ ਦੇ ਸਮੇਂ, ਸ਼ਾਮ ਦੇ ਸਮੇਂ ਕੋਈ ਰੱਸੀ ਟੱਪ ਲਈ, ਜਾਂ ਜਿਵੇਂ ਕੋਈ ਗਰਾਊਂਡ ਆ ਉਹਦੇ ਵਿੱਚ 2-4 ਚੱਕਰ ਦੇ ਲਗਾ ਲਏ। ਮਤਲਬ ਇਸ ਤਰ੍ਹਾਂ ਦੀ ਐਕਸਰਸਾਈਜ਼ ਜਿਹੜੀ ਆ ਉਹ ਸਰੀਰ ਦੇ ਵਿੱਚ ਤੁਸੀਂ ਨਾਲ ਕਰਦੇ ਰਹੋਗੇ ਨਾ, ਤੁਹਾਡਾ ਜਿੱਥੇ ਤੁਹਾਨੂੰ ਇੱਕ ਬਾਹਰ ਜਾ ਕੇ ਖੁੱਲੀ ਹਵਾ ਮਿਲੇਗੀ, ਉੱਥੇ ਤੁਹਾਡੇ ਸਰੀਰ ਦਾ ਵੀ ਵਿਕਾਸ ਹੋਏਗਾ ਪ੍ਰੋਪਰ, ਤੁਹਾਡੀ ਪਾਚਨ ਸ਼ਕਤੀ ਵੀ ਇੰਪਰੂਵ ਹੋਏਗੀ, ਤੁਹਾਡਾ ਦਿਮਾਗ ਵੀ ਥੋੜਾ ਜਿਹਾ ਫਰੈਸ਼ ਬਾਹਰ ਜਾ ਕੇ ਮਹਿਸੂਸ ਕਰੇਗਾ। ਕਿਉਂਕਿ ਘਰ ਦੀ ਚਾਰ ਦੀਵਾਰੀ ਦੇ ਵਿੱਚ ਰਹਿ ਕੇ ਵੀ ਤਾਂ ਤੁਸੀਂ ਬੋਰ ਹੋ ਰਹੇ ਹੋ ਨਾ। ਸੋ ਉਸ ਬੋਰੀਅਤ ਨੂੰ ਘਟਾਉਣ ਵਾਸਤੇ ਵੀ ਜਿਹੜਾ ਤੁਸੀਂ ਬਾਹਰ ਨਿਕਲੋ, ਆਪਣੀ ਹਲਕੀ ਫੁਲਕੀ ਐਕਸਰਸਾਈਜ਼ ਕਰੋ। ਜਿੱਥੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ, ਸਕੂਲ ਵੱਲੋਂ ਵੀ ਸ਼ਾਇਦ ਤੁਹਾਨੂੰ ਹਦਾਇਤ ਹੋਵੇ ਕਿ ਤੁਸੀਂ
ਉਹਨਾਂ ਨੂੰ ਆਪਣੀ ਜੋ ਹੈ ਕਿ ਤੁਹਾਨੂੰ ਜੇ ਜਿਹੜੀ ਚੀਜ਼ ਨਹੀਂ ਸਮਝ ਆ ਰਹੀ, ਆਪਣੇ ਅਧਿਆਪਕ ਸਾਹਿਬਾਨ ਨੂੰ ਬਾਰ-ਬਾਰ ਪੁੱਛ ਸਕਦੇ ਕਿ ਇਹ ਮੈਨੂੰ ਮੈਡਮ ਨਹੀਂ ਸਮਝ ਆ ਰਿਹਾ। ਉਹ ਤੁਹਾਨੂੰ ਬੜੀ ਤਹਿ ਦਿਲ ਨਾਲ ਸਮਝਾ ਰਹੇ, ਕਿਉਂਕਿ ਮੈਂ ਵੀ ਲੈਕਚਰ ਸੁਣ ਰਿਹਾ ਸੀ ਭੈਣ ਜੀ ਦਾ ਹੁਣੇ, ਉਹ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ ਨਿੱਕੀਆਂ-ਨਿੱਕੀਆਂ ਬਰੀਕੀਆਂ ਦੱਸੀਆਂ ਨੇ। ਸੋ ਇਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਣਾ। ਸੋ ਜ਼ਿਆਦਾ ਸਮਾਂ ਨਾ ਲਵਾਂ, ਜਾਂਦਿਆਂ ਹੋਇਆਂ ਸਿਰਫ ਇੱਕ ਤੁਹਾਨੂੰ ਹਦਾਇਤ ਕਰਨੀ ਚਾਹਾਂਗਾ ਕਿ ਜ਼ਿੰਦਗੀ ਵਿੱਚ ਜਿੱਥੇ ਤੁਸੀਂ ਵਿਚਰ ਰਹੇ ਹੋ, ਉੱਥੇ ਨਾਲ ਹੀ ਨਾਲ ਇੱਕ ਦਰਖਤ ਜ਼ਰੂਰ ਹੈ, ਉਹ ਆਪਣੀ ਜ਼ਿੰਦਗੀ ਵਿੱਚ ਇੱਕ ਦਰਖਤ ਜ਼ਰੂਰ ਲਗਾਓ। ਔਰ ਜਿਹੜਾ ਦਰਖਤ ਲਗਾ ਕੇ ਉਹਨੂੰ ਕੇਵਲ ਤੇ ਕੇਵਲ ਛੱਡ ਨਹੀਂ ਦੇਣਾ, ਉਹਦੀ ਪਾਲਣ ਪੋਸ਼ਣਾ ਵੀ ਤੁਸੀਂ ਕਰਨੀ, ਉਹਦੀ ਦੇਖ ਰੇਖ ਵੀ ਤੁਸੀਂ ਕਰਨੀ, ਉਹਨੂੰ ਪਾਣੀ ਵੀ ਤੁਸੀਂ ਦੇਣਾ, ਉਹਦੀ ਗੋਡੀ ਵੀ ਤੁਸੀਂ ਕਰਨੀ। ਉਹਨੂੰ ਤੁਸੀਂ ਵੇਖੋਗੇ ਜਿਵੇਂ ਜਿਵੇਂ ਤੁਸੀਂ ਜਵਾਨ ਹੋ ਰਹੇ ਹੋ, ਉਹ ਜਿਹੜਾ ਤੁਹਾਡੇ ਹੱਥੀਂ ਲਾਇਆ ਦਰਖਤ ਹੈ ਉਹ ਵੀ ਜਵਾਨ ਹੋਏਗਾ। ਫਿਰ ਜਿਹੜੀ ਉਹਨੇ ਤੁਹਾਨੂੰ ਛਾਂ ਵੀ ਦੇਣੀ ਹੈ, ਤੁਹਾਨੂੰ ਆਕਸੀਜਨ ਵੀ ਦੇਣੀ ਹੈ, ਤੁਹਾਡਾ ਵਾਤਾਵਰਨ ਵੀ ਸ਼ੁੱਧ ਰੱਖਣਾ ਹੈ। ਜਿਹੜਾ ਉਹ ਵਾਤਾਵਰਨ ਹੈ ਉਹ ਤੁਹਾਨੂੰ ਜਦੋਂ ਤੁਹਾਡੇ ਹੋਰ ਦੇ ਨਾਲ ਦੇ ਸਾਥੀਆਂ ਨੂੰ ਵੀ ਆਕਸੀਜਨ ਦੇਵੇਗਾ, ਤਾਂ ਦੇਖੋ ਤੁਹਾਨੂੰ ਕਿੰਨੀਆਂ ਅਸੀਸਾਂ ਮਿਲਦੀਆਂ ਉਹਦੇ ਵਿੱਚ। ਸੋ ਇੱਕ ਦਰਖਤ ਜ਼ਰੂਰ ਹਰੇਕ ਬੱਚਾ, ਉਹ ਚਾਹੇ ਆਪਣੀ ਘਰ ਦੀ ਚਾਰ ਦੀਵਾਰੀ ਦੇ ਆਲੇ ਦੁਆਲੇ, ਜਾਂ ਕਿਤੇ ਪਿੰਡ ਦੇ ਆਲੇ ਦੁਆਲੇ, ਜਾਂ ਕਿਤੇ ਸਕੂਲ ਵਿੱਚ ਹੀ, ਜਦੋਂ ਕਈ ਵਾਰ ਕੀ ਹੁੰਦਾ ਕਿ ਜਦੋਂ ਕਿਸੇ ਦਾ ਜਨਮ ਦਿਨ ਹੁੰਦਾ ਨਾ, ਆਪਣੇ ਜਨਮ ਦਿਨ ਵਾਲੇ ਦਿਨ ਹੀ ਰੱਖ ਲਓ ਕਿ ਆਪਣੇ ਜਨਮ ਦਿਨ ਵਾਲੇ ਦਿਨ ਇੱਕ ਦਰਖਤ ਮੈਂ ਲਗਾਉਣਾ ਹੈ, ਔਰ ਉਹਦੀ ਮੈਂ ਦੇਖ ਰੇਖ ਵੀ ਕਰਨੀ ਹੈ। ਜਿਵੇਂ ਜਿਵੇਂ ਤੁਹਾਡੀ ਉਮਰ ਵੱਧ ਰਹੀ ਹੈ, ਉਸ ਦਰਖਤ ਦੀ ਵੀ ਵੱਧ ਰਹੀ ਹੈ। ਫਿਰ ਉਹ ਕੀ ਹੈ ਕਿ ਉਹ ਤੁਹਾਨੂੰ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਜੋ ਸੁੱਖ ਦੇਵੇਗਾ ਨਾ, ਸੋ ਉਹ ਸੁੱਖ ਨੂੰ ਤੁਸੀਂ ਆਪਣੇ ਅੰਦਰ ਵੀ ਫੀਲ ਲਵੋਗੇ ਕਿ ਇਹ ਦਰਖਤ ਮੈਂ ਆਪਣੇ ਹੱਥੀਂ ਲਗਾਇਆ ਸੀ, ਅੱਜ ਛਾਂ ਕਰ ਰਿਹਾ। ਤੇ ਜਿਵੇਂ ਜਿਵੇਂ ਮੈਂ ਵੱਧ ਰਿਹਾ ਵਾਂ, ਮੈਂ ਵੀ ਤਾਂ ਆਪਣੇ ਸਮਾਜ ਨੂੰ ਥੋੜੀ ਜਿਹੀ ਇਸ ਤਰ੍ਹਾਂ ਦੀ ਛਾਂ ਦੇਣੀ ਹੈ ਨਾ, ਇਸ ਤਰ੍ਹਾਂ ਦਾ ਸੁੱਖ ਦੇਣਾ। ਸੋ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਣਾ। ਇੱਕ ਸ਼ੇਰ ਕਿ ਜੇਕਰ ਚਾਹੁੰਦੇ ਧਰਤ ਬਚਾਉਣਾ, ਜਨ ਜੀਵਨ ਖੁਸ਼ਹਾਲ ਬਣਾਉਣਾ, ਪਾਣੀ ਦਾ ਤਲ ਉੱਚਾ ਕਰਨਾ, ਤਾਂ ਹੱਥੀ ਇੱਕ ਰੁੱਖ ਜ਼ਰੂਰ ਲਗਾਉਣਾ, ਤਾਂ ਹੱਥੀ ਇੱਕ ਰੁੱਖ ਜ਼ਰੂਰ ਲਗਾਉਣਾ। ਸੋ ਅਖੀਰ ਤੇ ਜਾਂਦਿਆਂ ਹੋਇਆਂ ਇੱਕ ਕਵਿਤਾ ਦੀ ਸਾਂਝ ਆਪ ਜੀ ਨਾਲ ਪਾਉਣ ਜਾ ਰਿਹਾ ਕਿ ਨੂੰਹ ਲੱਭ ਕੇ ਕਿੱਥੋਂ ਲਿਆਓਗੇ ਤੁਸੀਂ। ਕਵਿਤਾ ਹੈ ਜੀ ਕਿ ਹੋਈ ਜ਼ੁਲਮ ਦੀ ਦੇਖੋ ਇੰਤਹਾ ਇੰਨੀ, ਧੀ ਜੰਮਣ ਤੋਂ ਕਰਨ ਇਨਕਾਰ ਲੋਕੀ। ਹੋਈ ਜ਼ੁਲਮ ਦੀ ਦੇਖੋ ਇੰਤਹਾ ਇੰਨੀ, ਧੀ ਜੰਮਣ ਤੋਂ ਕਰਨ ਇਨਕਾਰ ਲੋਕੀ। ਪਤਾ ਲੱਗ ਜਾਏ ਜੇ ਗਰਭ ਚ ਹੈ ਲੜਕੀ, ਗਰਭ ਅੰਦਰ ਹੀ ਦਿੰਦੇ ਨੇ ਮਾਰ ਲੋਕੀ। ਬਿਨਾਂ ਲੜਕੀ ਤੋਂ ਵੰਸ਼ ਚਲਾਉਣਾ ਚਾਹੁੰਦੇ, ਭਰੂਣ ਟੈਸਟ ਨੂੰ ਰਹਿਣ ਤਿਆਰ ਲੋਕੀ। ਤੇ ਜੇਕਰ ਲੜਕੀ ਹੀ ਵੰਸ਼ ਚ ਨਾ ਹੋਈ ਪੈਦਾ, ਚੱਲੇ ਵੰਸ਼ ਕਿਵੇਂ ਨਾ ਕਰਨ ਵਿਚਾਰ ਲੋਕੀ। ਤੇ ਜਦੋਂ ਕਿਸੇ ਘਰ ਧੀ ਦਾ ਜਨਮ ਹੁੰਦਾ ਹੈ, ਚਿਹਰਾ ਉਹਨਾਂ ਦਾ ਕਿਉਂ ਮੁਰਝਾ ਜਾਂਦਾ। ਜਦੋਂ ਕਿਸੇ ਘਰ ਧੀ ਦਾ ਜਨਮ ਹੁੰਦਾ ਹੈ, ਚਿਹਰਾ ਉਹਨਾਂ ਦਾ ਕਿਉਂ ਮੁਰਝਾ ਜਾਂਦਾ ਹੈ। ਜਿਵੇਂ ਡਿੱਗ ਗਿਆ ਕੋਈ ਪਹਾੜ ਹੋਵੇ, ਸਾਰਾ ਪਰਿਵਾਰ ਹੀ ਹੌਸਲਾ ਢਾਹ ਜਾਂਦਾ ਹੈ। ਪਰ ਇਹ ਕਦੇ ਵੀ ਕਿਸੇ ਨੇ ਸੋਚਿਆ ਨਹੀਂ ਕਿ ਔਰਤ ਜਨਮਦਾਤੀ ਸਾਰੇ ਜਹਾਨ ਦੀ। ਪਰ ਇਹ ਕਦੇ ਵੀ ਕਿਸੇ ਨੇ ਸੋਚਿਆ ਨਹੀਂ ਕਿ ਔਰਤ ਜਨਮਦਾਤੀ ਸਾਰੇ ਜਹਾਨ ਦੀ ਏ। ਅਣਜੰਮਿਆ ਹੀ ਗਰਭ ਚ ਮਾਰ ਦੇਣਾ, ਇਹ ਤਾਂ ਨਿਰੀ ਹੀ ਮੱਤ ਸ਼ੈਤਾਨ ਦੀ ਏ। ਤੇ ਭੁੱਲ ਗਏ ਨੇ ਇਹ ਤਾਂ ਉਹ ਕੁੱਖ ਹੈ, ਜਿਨੇ ਯੋਧੇ ਬਲਵਾਨਾਂ ਨੂੰ ਜਨਮ ਦਿੱਤਾ। ਭੁੱਲ ਗਏ ਨੇ ਇਹ ਤਾਂ ਉਹ ਕੁੱਖ ਹੈ, ਜਿਨੇ ਯੋਧੇ ਬਲਵਾਨਾਂ ਨੂੰ ਜਨਮ ਦਿੱਤਾ। ਰੱਖਿਆ ਦੇਸ਼ ਦੀ ਕੀਤੀ ਜਿਨ੍ਹਾਂ ਸੂਰਬੀਰਾਂ, ਅਜਿਹੇ ਸਿਰਲੱਥ ਜਵਾਨਾਂ ਨੂੰ ਜਨਮ ਦਿੱਤਾ। ਤੇ ਇੱਕ ਸਮਾਂ ਪਹਿਲਾਂ ਵੀ ਆਇਆ ਸੀ ਇਸ ਤਰ੍ਹਾਂ ਦਾ, ਬਾਬੇ ਨਾਨਕ ਨੇ ਮਾਰੀ ਸੀ ਹਾ ਉਦੋਂ। ਇੱਕ ਸਮਾਂ ਪਹਿਲਾਂ ਵੀ ਆਇਆ ਸੀ ਇਸ ਤਰ੍ਹਾਂ ਦਾ, ਬਾਬੇ ਨਾਨਕ ਨੇ ਮਾਰੀ ਸੀ ਹਾ ਉਦੋਂ। ਇਹ ਤਾਂ ਰਾਜਿਆਂ ਤਾਈਂ ਜਨਮ ਦੇਵੇ, ਨਾਰਾ ਹੱਕ ਵਿੱਚ ਲਾਇਆ ਸੀ ਤਾਂ ਉਦੋਂ। ਤੇ ਦੁਨੀਆ ਵਾਲਿਓ ਹੱਕ ਖੋਹ ਕੇ ਧੀ ਤੋਂ ਲੋਰੀਆਂ ਦਾ, ਭਲਾ ਆਪਣਾ ਕਿਵੇਂ ਮਨਾਓਗੇ ਤੁਸੀਂ। ਹੱਕ ਖੋਹ ਕੇ ਧੀ ਤੋਂ ਲੋਰੀਆਂ ਦਾ, ਭਲਾ ਆਪਣਾ ਕਿਵੇਂ ਮਨਾਓਗੇ ਤੁਸੀਂ। ਭੈਣ ਭਾਈ ਦਾ ਰਿਸ਼ਤਾ ਖਤਮ ਹੋ ਜਾਊ, ਨੂੰਹ ਲੱਭ ਕੇ ਕਿੱਥੋਂ ਲਿਆਓਗੇ ਤੁਸੀਂ। ਜਿੰਦ ਮਾਸੂਮ ਤੇ ਜਰਾ ਕੁ ਤਰਸ ਕਰੋ, ਐਵੇਂ ਬਹੁਤਾ ਨਾ ਜ਼ੁਲਮ ਕਮਾਓ ਲੋਕੋ। ਜਿਹੜੀ ਕੁੱਖ ਦੇ ਵਿੱਚ ਹੁਣ ਆ ਗਈ ਏ, ਉਸਨੂੰ ਜੀਵਨ ਦਾ ਪੰਧ ਦਿਖਾਓ ਲੋਕੋ। ਤੇ ਧੀ ਧਿਆਣੀ ਦੇ ਐਵੇਂ ਨਾ ਬਣੋ ਦੁਸ਼ਮਣ, ਆਖਰ ਧੀ ਹੀ ਵੇਲਾ ਸੰਭਾਲਦੀ। ਧੀ ਧਿਆਣੀ ਦੇ ਐਵੇਂ ਨਾ ਬਣੋ ਦੁਸ਼ਮਣ, ਆਖਰ ਧੀ ਹੀ ਵੇਲਾ ਸੰਭਾਲਦੀ ਏ। ਪੁੱਤਰ ਔੜਕ ਨੂੰ ਨੂੰਹ ਹੈ ਫੇਰ ਲੈਂਦਾ, ਪਰ ਧੀ ਕਦੇ ਨਾ ਸੇਵਾ ਤੋਂ ਹਾਰਦੀ ਏ। ਤੇ ਔਸਤ ਕੁੜੀਆਂ ਦੀ ਮੁੰਡਿਆਂ ਤੋਂ ਘੱਟ ਰਹਿ ਗਈ, ਪਰ ਹਰ ਕੰਮ ਵਿੱਚ ਔਰਤ ਅਗਾਂਹ ਰਹਿੰਦੀ। ਕੰਮ ਕਰਦੀ ਮੋਢੇ ਨਾਲ ਜੋੜ ਮੋਢਾ, ਫਿਰ ਵੀ ਪੁੱਤਰਾਂ ਤੇ ਕਿਉਂ ਨਿਗਾਹ ਰਹਿੰਦੀ।
ਤੇ ਜੇਕਰ ਇਸ ਰੁਝਾਨ ਨੂੰ ਬਦਲਿਆ ਨਾ ਤਾਂ ਸਮਾਂ ਇੱਕ ਦਿਨ ਐਸਾ ਆ ਜਾਣਾ, ਨਾ ਹੀ ਮਾਂ ਰਹਿਣੀ, ਨਾ ਹੀ ਭੈਣ ਰਹਿਣੀ, ਮਨੁੱਖੀ ਨਸਲ ਨੇ ਮੁੱਕ ਮੁਕਾ ਜਾਣਾ। ਤੇ ਇੱਜ਼ਤ ਔਰਤ ਦੀ ਕਰੋ ਬਹਾਲ ਫਿਰ ਤੋਂ, ਕਰੋ ਸਾਇੰਸ ਦਾ ਨਾ ਦੁਰਉਪਯੋਗ ਲੋਕੋ, ਭਰੂਣ ਟੈਸਟ ਨੂੰ ਦੀ ਪਾਬੰਦ ਕਰਕੇ ਨਰੋਏ ਸਮਾਜ ਨੂੰ ਦੇਵੋ ਸਹਿਯੋਗ ਲੋਕੋ, ਨਰੋਏ ਸਮਾਜ ਨੂੰ ਦੇਵੋ ਸਹਿਯੋਗ ਲੋਕੋ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਕੱਢ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।